ਕਿੱਥੋਂ ਆ ਰਹੇ ਹੋ? ਪੰਪ ਤੋਂ ਭਾਜੀ ਆ ਰਹੇ ਜੀ। ਕੀ ਤੇਲ ਨਹੀਂ ਮਿਲਿਆ? ਤੇਲ ਬੰਦ ਹੋਇਆ, ਸਾਡੇ ਪ੍ਰਧਾਨਾਂ ਨੇ ਕੀਤਾ। ਸਾਡੀ ਕੋ ਮੰਗ ਸੀਗੀ ਜੀ ਪ੍ਰਧਾਨਾਂ ਜੀ, ਉਹਦੇ ਕਰਕੇ ਅਸੀਂ ਗੱਡੀਆਂ ਖੜੀਆਂ ਕੀਤੀਆਂ ਜੀ। ਜਦ 7 ਵਜੇ ਦੇ ਗਏ ਹੋਏ ਡਰਾਈਵਰ ਜਿਨ੍ਹਾਂ ਨੂੰ ਹਾਲੇ ਤੱਕ ਤੇਲ ਨਹੀਂ ਪਿਆ, ਉਹਨਾਂ ਦੀ 50 ਲੱਖ ਦੀ ਪੇਮੈਂਟ ਨਹੀਂ ਹੋਈ, ਤੇ ਸ਼ਹਿਰ ਕਿੱਦਾਂ ਸਾਫ਼ ਹੋਊਗਾ? ਪਹਿਲੇ ਆਪਾਂ ਸੀਵਰੇਜ ਰੋਕੇ ਹੋਏ ਆ, ਸਫਾਈ ਦਾ ਕੰਮ ਪ੍ਰੋਪਰ ਨਹੀਂ ਹੁੰਦਾ, ਬਿਮਾਰੀ ਫੈਲ ਜਾਣੀ ਆ। ਜਿੰਨੀਆਂ ਵੀ ਪਾਰਟੀਆਂ ਆਉਂਦੀਆਂ ਉਹ ਦਿਲੋਂ ਜੇ ਇਨਸਾਨੀਅਤ ਤੌਰ ਤੇ ਕਿਸੇ ਨੂੰ ਇੰਟਰਸਟ ਨਹੀਂ ਹੈਗਾ। ਹਾਂਜੀ ਸਰ, ਉਹ ਦੇਖੋ ਵਾਪਸ ਆ ਰਹੀਆਂ ਗੱਡੀਆਂ, ਸਵੇਰ ਦੀਆਂ ਗਈਆਂ। ਉਹ ਦੇਖੋ ਗੇਟ ਤੋਂ ਵਾਪਸ ਆ ਰਹੀਆਂ ਗੱਡੀਆਂ, ਉਹ ਦੁਬਾਰਾ ਵਾਪਸ ਆ ਰਹੀਆਂ। 15 ਸਾਲ ਹੋ ਗਏ ਇੱਕ ਸਫਾਈ ਸੇਵਕ ਡਰਾਈਵਰ ਦਾ ਬਤੌਰ ਕੰਮ ਕਰਦਾ। ਬਾਕੀਆਂ ਅਫਸਰਾਂ ਦੀਆਂ ਪ੍ਰਮੋਸ਼ਨਾਂ 2-2 ਸਾਲ 3-3 ਸਾਲ ਬਾਅਦ ਹੋ ਜਾਂਦੀਆਂ। ਕਿ ਇੱਕ ਫੋਰਥ ਕਲਾਸ 15 ਸਾਲ 20 ਸਾਲਾਂ ਤੋਂ ਕੰਮ ਕਰਦਾ, ਉਹਦਾ ਰਾਈਟ ਨਹੀਂ ਬਣਦਾ। ਅੱਜ ਜਲੰਧਰ ਦੇ ਵਿੱਚ ਕਿਤੇ ਵੀ ਕੂੜਾ ਨਹੀਂ ਚੱਕਿਆ ਗਿਆ। ਕੀ ਕਾਰਨ ਰਹਿ ਗਿਆ ਕੂੜੇ ਦਾ, ਉਹ ਅੱਜ ਤਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਜਲੰਧਰ ਦੇ ਵਰਕਸ਼ਾਪ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਇਹੀ ਗੱਡੀਆਂ ਅੱਜ ਵਰਕਸ਼ਾਪ ਦੇ ਵਿੱਚ ਖੜੀਆਂ ਵਾ। ਕਿਉਂ ਖੜੀਆਂ, ਕੀ ਕਾਰਨ ਹੈ ਕਿ ਇਹਨਾਂ ਨੂੰ ਡੀਜ਼ਲ ਨਹੀਂ ਮਿਲਿਆ? ਕਾਰਨ ਇਸ ਦੇ ਬਾਰੇ ਡਿਊਟੀ ਤੇ ਪਹੁੰਚੇ ਅਫਸਰ ਸਬਾਨ ਹੈ, ਮੁਲਾਜ਼ਮ ਹੈ, ਉਹ ਪਹੁੰਚੇ ਹੋਏ ਨੇ। ਸਵੇਰੇ 6 ਵਜੇ ਦੇ ਕਿਹੜੇ ਮੁਲਾਜ਼ਮ ਪਹੁੰਚੇ ਨੇ। ਕੀ ਕਾਰਨ ਹੈ? ਤੁਸੀਂ ਤੇ ਆਪਣੀ ਡਿਊਟੀ ਤੇ ਆ ਚੁੱਕੇ। ਅੱਜ ਜਲੰਧਰ ਦੇ ਵਿੱਚ ਕੋਈ ਵੀ ਸਰਕਾਰੀ ਕੰਮ ਕਾਰਪੋਰੇਸ਼ਨ ਦਾ ਨਹੀਂ ਹੋ ਰਿਹਾ। ਸਰ ਗੱਲ ਹੈਗੀ ਇੱਦਾਂ ਵੀ ਚਾਹੇ ਰਾਜਨੀਤਿਕ ਹੋਣ ਚਾਹੇ ਅਫਸਰ ਹੋਣ, ਅਸੀਂ ਉਹਨਾਂ ਨੂੰ ਬਾਰ-ਬਾਰ ਤਲਾਹ ਦਿੱਤੀ ਸੀ ਵੀ ਬਰਸਾਤ ਹੋਣ ਵਾਲੀ ਆ ਤੇ ਬਰਸਾਤ ਦੇ ਵਿੱਚ ਡੈਂਪ ਦੀ ਜਿਹੜੀ ਪ੍ਰੋਬਲਮ ਆ ਉਹ ਆਣੀ ਆ, ਪਰ ਕੋਈ ਵੀ ਉਹਦੇ ਵਿੱਚ ਸੁਧਾਰ ਨਹੀਂ ਹੋਇਆ। ਜੇ ਇਹਨਾਂ ਨੂੰ ਸ਼ਹਿਰ ਵਾਸੀਆਂ ਦੇ ਨਾਲ ਪਿਆਰ ਹੁੰਦਾ, ਹਮਦਰਦੀ ਹੁੰਦੀ ਆ, ਹਰ ਇੱਕ ਬੰਦਾ ਕਹਿੰਦਾ ਇੱਥੇ ਸ਼ਹਿਰ ਦੇ ਵਿੱਚ ਬਿਮਾਰੀ ਫੈਲ ਜਾਣੀ ਆ। MLA ਵੀ ਜਾਂਦੇ ਰਹੇ, MP ਵੀ ਜਾਂਦੇ ਰਹੇ, ਬਿਮਾਰੀ ਫੈਲ ਜਾਣੀ ਆ, ਬਿਮਾਰੀ ਫੈਲ ਜਾਣੀ ਆ, ਬਿਮਾਰੀ ਫੈਲਣੀ ਆ। ਜਦ 7 ਵਜੇ ਦੇ ਗਏ ਹੋਏ ਡਰਾਈਵਰ ਜਿਨ੍ਹਾਂ ਨੂੰ ਹਾਲੇ ਤੱਕ ਤੇਲ ਨਹੀਂ ਪਿਆ, ਉਹਨਾਂ ਦੀ 50 ਲੱਖ ਦੀ ਪੇਮੈਂਟ ਨਹੀਂ ਹੋਈ, ਤੇ ਸ਼ਹਿਰ ਕਿੱਦਾਂ ਸਾਫ਼ ਹੋਊਗਾ? ਕੀ ਤੁਸੀਂ ਇਸ ਬਾਰੇ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਹੈ? ਅਫਸਰਾਂ ਨੇ, ਉਹਨਾਂ ਨੇ, ਅਸੀਂ ਪੰਪ ਤੇ ਗਏ ਸੀ, ਉਹਨਾਂ ਨੇ ਤੇਲ ਨਹੀਂ ਪਾਇਆ। ਉਹਨਾਂ ਕਹਿੰਦੇ ਸਾਡੀ ਪੇਮੈਂਟ ਹੋਊਗੀ, ਅਸੀਂ ਤੇਲ ਤਾਂ ਪਾਣਾ ਹੈ। ਕਿੰਨੇ ਦਿਨ ਤੋਂ ਇਦਾਂ ਹੀ ਹੋ ਰਿਹਾ? ਇਹ ਅੱਗੇ ਵੀ ਹੋਇਆ ਸੀ ਤਾਂ ਹੁਣ ਵੀ ਹੋਇਆ ਸੀ। ਦੇਖੋ ਅਫਸਰਾਂ ਨੂੰ ਗੌਰ ਹੋਣਾ ਚਾਹੀਦਾ। ਇੱਕ ਪਹਿਲੇ ਆਪਾਂ ਸੀਵਰੇਜ ਰੋਕੇ ਹੋਏ ਆ, ਸਫਾਈ ਦਾ ਕੰਮ ਪ੍ਰੋਪਰ ਨਹੀਂ ਹੁੰਦਾ, ਬਿਮਾਰੀ ਫੈਲ ਜਾਣੀ ਆ। ਜਿੰਨੀਆਂ ਵੀ ਪਾਰਟੀਆਂ ਆਉਂਦੀਆਂ ਉਹ ਦਿਲੋਂ ਜੇ ਇਨਸਾਨੀਅਤ ਤੌਰ ਤੇ ਕਿਸੇ ਨੂੰ ਇੰਟਰਸਟ ਨਹੀਂ ਹੈਗਾ। ਜਿਹੜਾ ਵੀ ਆਂਦਾ ਸਿਰਫ ਟਾਈਮ ਪਾਸ ਕਰਦਾ ਆ, ਲਾਲੀਪਾਪ ਦਿੰਦਾ ਆ, ਉਹ ਗਲਤ ਗੱਲ ਆ। ਜੇ ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਆ ਤੇ ਆਪਾਂ ਨੂੰ ਦਿਲੋਂ ਹਮਦਰਦੀ ਇਨਸਾਨੀਅਤ ਤੌਰ ਤੇ ਕਰਨੀ ਆ, ਕਿਉਂਕਿ ਬੱਚੇ ਸਾਰਿਆਂ ਦੇ ਸਾਂਝੇ ਆ। ਜੇ ਬਿਮਾਰੀ ਫੈਲਣੀ ਹੈ ਤਾਂ ਸਾਰੇ ਸ਼ਹਿਰ 'ਚ ਫੈਲਣੀ ਆ। ਤੇ ਇਹਨਾਂ ਨੂੰ ਇਹ ਵੀ ਚਾਹੀਦਾ ਸੀ ਵੀ ਜੇ ਹੁਣ ਪ੍ਰੋਪਰ ਉਹਨਾਂ ਨੂੰ ਪੇਮੈਂਟ ਨਹੀਂ ਹੁੰਦੀ ਪੰਪ ਦੇ ਵਿੱਚ, ਆਪਾਂ ਕਹਿੰਦੇ ਆ ਸੀਵਰ ਦੀ ਮਸ਼ੀਨ ਭੇਜ ਦਿਓ ਜੀ, ਆ 3 ਵੀਲਰ ਭੇਜ ਦਿਓ ਜੀ, ਆ ਟਰਾਲੀ ਭੇਜ ਦਿਓ ਜੀ, ਇੱਥੇ ਕੰਮ ਕਰਾ ਦਿਓ, ਇੱਥੇ ਕਰਾ ਦਿਓ। ਕਈ ਪੁਆਇੰਟ ਛੱਡ ਕੇ ਹੁਣ ਪ੍ਰਾਈਵੇਟ ਸੀ, ਜਦੋਂ ਬੰਦ ਹੋਈਆਂ ਸਾਰੀਆਂ ਗੱਡੀਆਂ ਪ੍ਰੋਪਰ, ਉਦੋਂ ਵੀ ਸਾਰਾ ਕੰਮ ਇਹਨਾਂ ਨੇ ਕੀਤਾ। ਪਰ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਪੰਪ ਦੇ ਉੱਤੇ ਤੇਲ ਦੀ ਪੇਮੈਂਟ ਨਹੀਂ ਹੋਈ, ਉਹ ਕੱਲ੍ਹ ਨੂੰ ਤੇਲ ਰੋਕ ਸਕਦਾ ਆ, ਕਿਉਂਕਿ ਇੰਨੀ ਪੇਮੈਂਟ 50 ਲੱਖ ਦੀ ਪੇਮੈਂਟ ਬਹੁਤ ਜ਼ਿਆਦਾ ਹੁੰਦੀ ਆ। ਅੱਗੇ ਵੀ ਅਸੀਂ ਵੀ ਉਦੋਂ ਆਏ ਸੀ, ਤੁਸੀਂ ਸਾਨੂੰ ਬੁਲਾਇਆ ਗਿਆ ਸੀ, ਉਦੋਂ ਵੀ ਇਹੀ ਪੈਟਰੋਲ ਪੰਪ ਦੀ ਪੇਮੈਂਟ 50 ਲੱਖ ਦੇ ਕਰੀਬ ਸੀ। ਕਿਦੋਂ ਪੈਟਰੋਲ ਪੰਪ ਨੇ ਸਾਫ਼ ਮਨਾ ਕਰਤਾ ਸੀ ਆਪਾਂ ਪੈਟਰੋਲ ਨਹੀਂ ਪਾਣਾ, ਫਿਰ ਵੀ ਕੋਈ ਸਰਕਾਰੀ ਕੰਮ ਨਹੀਂ ਹੋਇਆ ਸੀ। ਹਾਂਜੀ ਸਰ, ਉਹ ਦੇਖੋ ਵਾਪਸ ਆ ਰਹੀਆਂ ਗੱਡੀਆਂ, ਸਵੇਰ ਦੀਆਂ ਗਈਆਂ। ਉਹ ਦੇਖੋ ਗੇਟ ਤੋਂ ਵਾਪਸ ਆ ਰਹੀਆਂ ਗੱਡੀਆਂ, ਉਹ ਦੁਬਾਰਾ ਵਾਪਸ ਆ ਰਹੀਆਂ। ਵੀ ਸਵੇਰ ਦੇ ਲੱਗੇ ਹੋਏ, ਗਰਮੀ ਦੇ ਵਿੱਚ ਗੱਡੀਆਂ ਉੱਥੇ ਲਾਈਨ 'ਚ ਲੱਗੀਆਂ ਹੋਈਆਂ ਸੀ, ਉਹ ਹਾਰ ਕੇ ਹੁਣ ਵਾਪਸ ਆ ਗਿਆ। ਜੇ ਸ਼ਹਿਰ ਦੇ ਵਿੱਚ ਗੰਦ ਪੈਂਦਾ ਆ, ਇਹ ਪ੍ਰਸ਼ਾਸਨ ਦੀ, ਅਫਸਰਾਂ ਦੀ ਜ਼ਿੰਮੇਵਾਰੀਆਂ ਸੀ। 15-15 20-20 ਸਾਲ ਤੋਂ ਇੱਕ ਸਫਾਈ ਸੇਵਕ ਨੂੰ ਬਤੌਰ ਡਰਾਈਵਰ ਦਾ ਕੰਮ ਕਰਦੇ ਆ, ਤੇ ਡਰਾਈਵਰ ਦਾ ਕੰਮ ਕਰਦੇ ਪਏ ਆ। ਉਹਨਾਂ ਦੀ ਪ੍ਰਮੋਸ਼ਨ ਬਾਰੇ ਕਮਿਸ਼ਨਰ ਸਾਹਿਬ ਨੂੰ ਸਾਰਿਆਂ ਨਾਲ ਤਲਾਹ ਦਿੱਤੀ ਸੀ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਸੀ ਵੀ 1 ਹਫ਼ਤੇ ਦੇ ਅੰਦਰ ਅਸੀਂ ਜਿਹੜੇ ਇੰਟਰਵਿਊ ਵੀ ਹੋ ਗਈਆਂ, ਸਾਰੀਆਂ ਫਾਰਮੈਲਿਟੀਆਂ ਪੂਰੀਆਂ ਹੋ ਗਈਆਂ, ਵੀ ਅਸੀਂ ਇਹਨਾਂ ਦੀ ਪ੍ਰਮੋਸ਼ਨ ਕਰ ਦੇਵਾਂਗੇ। ਹੁਣ 15 ਸਾਲ ਹੋ ਗਏ ਇੱਕ ਸਫਾਈ ਸੇਵਕ ਡਰਾਈਵਰ ਦਾ ਬਤੌਰ ਕੰਮ ਕਰਦਾ। ਬਾਕੀਆਂ ਅਫਸਰਾਂ ਦੀਆਂ ਪ੍ਰਮੋਸ਼ਨਾਂ 2-2 ਸਾਲ 3-3 ਸਾਲ ਬਾਅਦ ਹੋ ਜਾਂਦੀਆਂ। ਕਿ ਇੱਕ ਫੋਰਥ ਕਲਾਸ 15 ਸਾਲ 20 ਸਾਲਾਂ ਤੋਂ ਕੰਮ ਕਰਦਾ, ਉਹਦਾ ਰਾਈਟ ਨਹੀਂ ਬਣਦਾ। ਅਫਸਰਾਂ ਨੂੰ ਅਸੀਂ ਕਈ ਵਾਰੀ ਤਲਾਹ ਦਿੱਤੀ ਆ, ਮੇਅਰ ਨੂੰ, ਕਮਿਸ਼ਨਰ ਨੂੰ ਲਿਖਤੀ ਰੂਪ 'ਚ ਕਈ ਵਾਰੀ ਉਹਨਾਂ ਨੇ ਸਾਨੂੰ ਦੇ ਵੀ ਦਿੱਤਾ ਇਹ ਕੰਮ, ਪਰ ਕਿਸੇ ਨੇ ਗੌਰ ਨਹੀਂ ਕੀਤੀ। ਇਸ ਕਰਕੇ ਅਸੀਂ ਉਹ ਅਫਸਰਾਂ ਨੂੰ ਫਿਰ ਦੱਸਦੇ ਪਏ ਆ ਵੀ ਜਿਹੜੇ 15-15 ਸਾਲ ਤੋਂ 20-20 ਸਾਲ ਦੇ ਲੱਗੇ ਹੋਏ ਮੁਲਾਜ਼ਮ 4 ਫਲੋਰ ਦੇ, ਉਹਨਾਂ ਨੂੰ ਡਰਾਈਵਰ ਬਣਾਇਆ ਜਾਵੇ। ਕਿਉਂਕਿ ਉਹਨਾਂ ਨੇ ਦੇਖੋ ਇੱਕ 4th ਕਲਾਸ ਹੋ ਕੇ 3 ਕਲਾਸ ਦਾ ਕੰਮ ਕੀਤਾ। ਬਤੌਰ ਗੇਜਾ ਰਾਮ ਜੀ ਵੀ ਆਏ ਸੀ ਚੇਅਰਮੈਨ, ਉਹਨਾਂ ਨੇ ਇਹ ਵੀ ਕਿਹਾ ਸੀ
ਵੀ ਤੁਸੀਂ ਜਿਹੜਾ ਤੱਕ ਜਦੋਂ ਤੱਕ ਇਹ ਡਰਾਈਵਰ ਲੱਗਾ ਆ ਇਹਨਾਂ ਨੂੰ ਆਪਾਂ ਪ੍ਰੋਪਰ ਤਨਖਾਹ ਵੀ ਦੇਣੀ ਹੈ ਵਿਦ ਇੰਟਰਸਟ। ਹੁਣ ਸਵੱਛ ਭਾਰਤ ਦੀਆਂ ਗੱਡੀਆਂ 2 ਸਾਲ ਹੋ ਗਏ ਆਈਆਂ ਨੂੰ, ਉਹ ਗਲਣ ਸੜਨ ਡਈਆਂ ਆ। ਜੇ ਸ਼ਹਿਰ ਦੇ ਵਿੱਚ ਕੂੜਾ ਦੀ ਵੱਧ ਗਿਆ ਆ ਤੇ ਗੱਡੀ ਘੱਟ ਵਕਤ ਪੁਰਾਣੀਆਂ ਗੱਡੀਆਂ ਆ, ਤੇ ਜੇ ਆਪਾਂ ਇਹਨਾਂ ਨੂੰ ਚਲਾ ਕੇ ਸ਼ਹਿਰ ਨੂੰ ਜੇ ਅਸੀਂ ਸਾਫ਼ ਸੁਥਰਾ ਰੱਖਣਾ ਆ ਤੇ ਹੈ ਤਾਂ ਸਰਕਾਰੀ ਗੱਡੀ ਆ ਚਾਹੇ ਸਵੱਛ ਭਾਰਤ ਦੀ ਆ, ਆਪਾਂ ਸਾਫ਼ ਇਹ ਗੱਡੀਆਂ ਆਪਾਂ ਕੰਮ 'ਚ ਲਿਆ ਕੇ ਇਹਨਾਂ ਨੂੰ ਆਪਾਂ ਵਰਤ ਸਕਦੇ ਆ, ਸ਼ਹਿਰ ਨੂੰ ਸਾਫ਼ ਕਰ ਸਕਦੇ ਆ। ਕੀ ਕਾਰਨ ਕੀ ਹੈ, ਕਿਉਂ ਨਹੀਂ ਪੇਮੈਂਟ ਭੇਜੀ ਜਾ ਰਹੀ, ਕਿਉਂ ਨਹੀਂ ਪੈਟਰੋਲ ਪੰਪ ਨੂੰ ਪੇਮੈਂਟ ਦਿੱਤੀ ਜਾ ਰਹੀ? ਕੀ ਇਹ ਠੇਕੇਦਾਰ ਨੂੰ ਫਿਰ ਠੇਕੇਦਾਰੀ ਪਹਿਲ ਤੇ ਆਧਾਰ ਤੇ ਕੰਮ ਠੇਕੇਦਾਰੀ ਨੂੰ ਪਹਿਲ ਦੇਣੇ ਚਾਹੁੰਦੇ ਆ, ਤਾਈਓ ਇਹ ਸਾਨੂੰ ਪੰਪ ਤੇ ਤੇਲ ਨਹੀਂ ਦਿੰਦੇ। ਤੇ ਜਿਹੜੀਆਂ ਨਵੀਆਂ ਗੱਡੀਆਂ ਇੱਥੇ ਲਿਆ ਕੇ ਖੜੀਆਂ ਕੀਤੀਆਂ ਹੋਈਆਂ ਸਵੱਛ ਭਾਰਤ ਦੀਆਂ, ਇਹ ਵੀ ਨਹੀਂ ਅਸੀਂ ਚਲਾ ਰਹੇ। ਸਾਡੇ ਕੋਲ ਸਾਡੇ ਆਪਣੇ ਡਰਾਈਵਰ ਵੀ ਹੈਗੇ ਆ ਜਿਹੜੇ ਕਿ ਗੱਡੀਆਂ ਨੂੰ ਚਲਾ ਸਕਦੇ ਨੇ। ਐਮਐਲਏ ਵੱਲੋਂ ਦੌਰੇ ਕੀਤੇ ਜਾ ਰਹੇ ਨੇ ਅਲੱਗ-ਅਲੱਗ ਹਲਕਿਆਂ ਦੇ ਵਿੱਚ ਜਾ ਕੇ, ਤੇ ਉੱਥੇ ਕਿਹਾ ਜਾ ਰਿਹਾ ਹਾਂ ਵੀ ਇੱਥੇ ਵਿਦ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਦੀ ਜਲੰਧਰ ਦੇ ਦੌਰੇ ਤੇ ਸੀ, ਕੂੜਾ ਨਹੀਂ ਚੱਕਿਆ ਜਾ ਰਿਹਾ। ਐਮਐਲਏ ਸਾਹਿਬ ਤੁਹਾਡੇ ਇੱਥੇ ਤੁਹਾਡੇ ਕੋਲ ਆਏ ਵਰਕਸ਼ਾਪ ਦੇ ਵਿੱਚ, ਤੁਹਾਡੇ ਨਾਲ ਗੱਲਾਂ ਸੁਣੀਆਂ, ਤੁਹਾਡੀਆਂ ਗੱਲਾਂ ਬਾਤਾਂ ਸੁਣੀਆਂ, ਫਿਰ ਵੀ ਨਹੀਂ ਨਗਰ ਨਿਗਮ ਦੇ ਉੱਤੇ ਅਸਰ ਪੈ ਰਿਹਾ? ਨਹੀਂ, ਇਹਨਾਂ ਨੇ ਬਿਲਕੁਲ ਨਹੀਂ ਉਸ ਚੀਜ਼ ਵੱਲ ਧਿਆਨ ਦਿੱਤਾ। ਇਹਨਾਂ ਨੇ ਗੇਜਰਾਮ ਜੀ ਆਏ ਸੀਗੇ ਸਾਡੇ, ਉਹ ਜਿਹੜੇ ਅਫਸਰ ਸੀਗੇ, ਇਹਨਾਂ ਨੇ ਉੱਥੇ ਗਏ, ਉਹਨਾਂ ਨਾਲ ਕਰਿਆ ਆ ਕਿ ਇਹਨਾਂ ਨੂੰ ਅਸੀਂ ਸਾਰੀਆਂ ਸਹੂਲਤਾਂ ਦੇਵਾਂਗੇ। ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਹੜੇ ਸਵੇਰ ਦੇ 6 ਵਜੇ ਦੀਆਂ ਗੱਡੀਆਂ ਗਈਆਂ ਹੋਈਆਂ ਵਾ ਪੈਟਰੋਲ ਪੰਪ ਤੇ, ਉਹ ਗੱਡੀਆਂ ਨਹੀਂ ਮਿਲੀਆਂ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਹੜੇ ਡਰਾਈਵਰ ਸਮਾਨ ਹੈਗੇ ਆ। ਭਾਜੀ ਕਿੱਥੋਂ ਆ ਰਹੇ ਹੋ? ਪੰਪ ਤੋਂ ਭਾਜੀ ਆ ਰਹੇ ਜੀ। ਕੀ ਤੇਲ ਨਹੀਂ ਮਿਲਿਆ? ਤੇਲ ਬੰਦ ਹੋਇਆ, ਸਾਡੇ ਪ੍ਰਧਾਨਾਂ ਨੇ ਕੀਤਾ, ਸਾਡੀ ਕੋ ਮੰਗ ਸੀਗੀ ਜੀ ਪ੍ਰਧਾਨਾਂ ਜੀ, ਉਹਦੇ ਕਰਕੇ ਅਸੀਂ ਗੱਡੀਆਂ ਖੜੀਆਂ ਕੀਤੀਆਂ ਜੀ। ਕੀ ਪੈਟਰੋਲ ਪੈਸੇ ਨਹੀਂ ਹੈ ਪੈਟਰੋਲ ਪੰਪ ਨੇ? ਡੀਜ਼ਲ ਦੇ ਪੈਸੇ ਉਹ ਕਹਿੰਦੇ ਜੀ ਪੰਪ ਵਾਲੇ ਦੱਸ ਰਹੇ ਪੇਮੈਂਟ ਬਹੁਤ ਜ਼ਿਆਦਾ ਹੋ ਚੁੱਕੀ, ਪੇਮੈਂਟ ਨਹੀਂ ਹੋ ਰਹੀ। ਕਿੰਨੇ ਵਜੇ ਤੇ ਗਏ ਹੋਏ ਹੋ? ਸਵੇਰ ਤੇ ਗਏ ਪਏ 7 ਵਜੇ, ਉੱਥੇ 7:30 ਵਜੇ ਜੀ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਗੱਡੀਆਂ ਤੇ ਗੱਡੀਆਂ ਆਉਂਦੀਆਂ। ਇਹਨਾਂ ਨੂੰ ਅਸੀਂ ਪੁੱਛਦੇ ਹਾਂ ਕੀ ਕਾਰਨ ਕੀ ਆ। ਭਾਜੀ ਕਿੱਥੋਂ ਆ ਰਹੇ ਹੋ? ਪੰਪ ਤੇ ਗਿਆ ਸੀਗਾ ਜੀ। ਅੱਜ ਕੰਮ ਨਹੀਂ ਕੀਤਾ ਕੋਈ? ਨਹੀਂ, ਉਹ ਕਹਿੰਦੇ ਸਾਡੀ ਪੇਮੈਂਟ ਨਹੀਂ ਹਾਲੇ ਹੋਈ। ਅੱਛਾ, ਕਿੰਨੇ ਵਜੇ ਤੇ ਗਏ ਹੋਏ ਹੋ? ਸਵੇਰੇ ਗਏ ਪਏ 7:30 ਵਜੇ ਦੇ। 7:30 ਵਜੇ ਤੇ ਗਏ। ਪੈਟਰੋਲ ਡੀਜ਼ਲ ਨਹੀਂ ਮਿਲਿਆ ਤੇ ਇਸੇ ਕੰਮ ਨਹੀਂ ਕੀਤਾ ਤੁਸੀਂ? ਨਹੀਂ ਭਾਜੀ। ਤੁਸੀਂ ਦੇਖ ਰਹੇ ਹੋ ਲੋਕ ਡੀਜ਼ਲ ਨਾ ਮਿਲਣ ਕਾਰਨ ਕਿਹੜੀਆਂ ਗੱਡੀਆਂ ਉਹ ਖੜੀਆਂ ਵਾ। ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਵਰਕਸ਼ਾਪ ਦੀ। ਸਾਡੇ ਨਾਲ ਹੋਰ ਵੀ ਕਨੈਕਟਰ ਸਾਹਿਬ ਹੈ, ਆਪਾਂ ਗੱਲਬਾਤ ਕਰਦੇ ਹਾਂ ਟਿੱਪਰ ਦੇ। ਤੁਸੀਂ ਟਿੱਪਰ ਚਲਾਉਂਦੇ ਹੋ, ਅੱਜ ਪੂਰੇ ਜਲੰਧਰ ਦਾ ਕੂੜਾ ਫਿਰ ਉੱਥੇ ਦੇ ਉੱਥੇ ਰਹਿ ਗਿਆ। ਸਮਾਰਟ ਸਿਟੀ ਦੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ, ਤੁਹਾਨੂੰ ਡੀਜ਼ਲ ਨਹੀਂ ਮਿਲੇਗਾ ਤੇ ਤੁਸੀਂ ਕਿੱਦਾਂ ਕੰਮ ਕਰੋਗੇ? ਡੀਜ਼ਲ ਤੋਂ ਬਗੈਰ ਤੇ ਕੰਮ ਹੋ ਹੀ ਨਹੀਂ ਨਾ ਸਕਦਾ। ਸਾਰੇ ਸ਼ਹਿਰ ਦੇ ਵਿੱਚ ਗੰਦ ਪੈ ਜਾਣਾ ਜੀ। ਅਗਰ ਡੀਜ਼ਲ ਦੇ ਦੇਣਗੇ ਤੇ ਕੰਮ। ਅਫਸਰ ਸਬਾਨਾ ਵੱਲੋਂ ਪੇਮੈਂਟ ਨਹੀਂ ਭੇਜੀ ਜਾਂਦੀ, ਕੀ ਤੁਹਾਨੂੰ ਲੱਗਦਾ ਨਹੀਂ ਹੈ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਦਾ ਕੱਸਿਆ ਜਾਏਗਾ? ਇਹ ਤੇ ਜ਼ਰੂਰੀ ਹੋਣਾ ਚਾਹੀਦਾ। ਇਹ ਜਿਹੜੇ ਐਮਐਲਏ ਸਾਹਿਬ ਹੈ ਉਹਨਾਂ ਨੂੰ ਵੀ ਚਾਹੀਦਾ ਇਹ ਚੀਜ਼ਾਂ ਵੱਲ ਧਿਆਨ ਦੇਣਾ ਜੀ। ਪ੍ਰੋਪਰ ਗੱਡੀਆਂ ਦਾ ਕੰਮ ਨਹੀਂ ਹੋ ਰਿਹਾ ਜੀ। ਹਰ ਤਰ੍ਹਾਂ ਮਤਲਬ ਸ਼ਹਿਰ ਦੇ ਵਿੱਚ ਗੰਦ ਪੈਣਾ ਹੀ ਪੈਣਾ। ਜਦ ਤੇਲ ਵੀ ਨਹੀਂ ਮਿਲੇਗਾ ਤੇ ਗੰਦ ਪੈਣਾ ਹੀ ਪੈਣਾ। ਨਵੇਂ ਕਮਿਸ਼ਨਰ ਸਾਹਿਬ ਕਹਿੰਦੇ ਨੇ ਮੈਂ ਜਲੰਧਰ ਨਗਰ ਨਿਗਮ ਨੂੰ ਹੁਣ ਨੰਬਰ 1 ਤੇ ਲਾਵਾਂਗਾ। ਕੀ ਲੱਗਦਾ ਹੈ ਤੁਹਾਨੂੰ ਨੰਬਰ 1 ਤੇ ਆ ਜਾਏਗਾ? ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਫਿਰ ਤੇ ਮੁਸ਼ਕਲ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਡਰਾਈਵਰ ਸਵੇਰ ਦੇ 7 ਵਜੇ ਦੇ ਪੰਪਾਂ ਤੇ ਗਏ ਹੋਏ ਨੇ। ਸਵੇਰੇ ਇੱਥੇ 6:30 ਵਜੇ ਡਿਊਟੀ ਸ਼ੁਰੂ ਹੋ ਜਾਂਦੀ ਹੈ। ਇੱਥੋਂ ਦੀ 6:30 ਵਜੇ ਪਹਿਲੇ ਪੈਟਰੋਲ ਪੰਪ ਤੇ ਜਾਣਾ ਹੁੰਦਾ, ਉਸ ਤੋਂ ਬਾਅਦ ਗੱਡੀ ਭਰੀ ਜਾਂਦੀ ਹੈ। 7 ਤੋਂ 7:30 ਵਜੇ ਤੱਕ ਗੱਡੀ 'ਚ ਤੇਲ ਪੈਂਦਾ ਤੇ ਫਿਰ ਪੂਰੇ ਅਫਸਰਾਂ ਵੱਲੋਂ ਕਿੱਥੇ ਗੱਡੀ ਭੇਜੀ ਜਾਂਦੀ ਹੈ, ਵਾਰਡਾਂ ਦੇ ਵਿੱਚ ਜਾਈ ਜਾਂਦੀ ਹੈ। ਇਸ ਬਾਰੇ ਅਸੀਂ ਇੱਥੇ ਦੇ ਜੋ ਵਰਕਸ਼ਾਪ ਦੇ ਜਈ ਸਾਹਿਬ ਆ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਡਰਾਈਵਰ ਸਬਾਨ ਵੀ ਉਹਨਾਂ ਨਾਲ ਗੱਲਬਾਤ ਕਰਦੇ ਪਏ ਨੇ। ਕੀ ਕਾਰਨ ਕੀ ਰਹਿ ਗਿਆ ਕਿਹੜੀਆਂ ਅੱਜ ਗੱਡੀਆਂ ਸੜਕਾਂ ਤੇ ਨਹੀਂ ਗਈਆਂ, ਕੂੜਾ ਨਹੀਂ ਲਿਫਟਿੰਗ ਹੋਈ? ਦੇਖੋ ਜੀ, ਪੈਟਰੋਲ ਪੰਪ ਵਾਲੇ ਦੀ ਕਾਫੀ ਪੇਮੈਂਟ ਪੈਂਡਿੰਗ ਹੈਗੀ ਹੈ। ਸਾਨੂੰ ਡਾਕਟਰ ਸਾਡੇ ਸ਼੍ਰੀ ਕ੍ਰਿਸ਼ਨ ਜੀ ਹੈਲਥ ਅਫਸਰ ਹੈਗੇ, ਉਹਨਾਂ ਦਾ ਸਾਨੂੰ ਆਇਆ ਆਰਡਰ ਕਿ ਜਾ ਕੇ ਤੁਸੀਂ ਪੰਪ ਵਾਲਿਆਂ ਨਾਲ ਗੱਲ ਕਰਕੇ ਦੇਖੋ ਕੀ ਵਜ੍ਹਾ ਹੈਗੀ। ਤੇ ਫਿਰ ਜਦੋਂ ਪੰਪ ਦੇ ਮਾਲਕ ਨਾਲ ਆਪਾਂ ਗੱਲ ਕੀਤੀ ਕਿ ਸਰ ਚਲੋ ਕੋਈ ਨਹੀਂ, ਸਾਡੀ ਕੂੜਾ ਵਗੈਰਾ ਚੱਕਣਾ ਸ਼ਹਿਰ ਦਾ ਬਹੁਤ ਮਾੜਾ ਹਾਲ ਹੈ ਜੇ ਗੱਡੀਆਂ ਨਹੀਂ ਚੱਲੀਆਂ। ਤਾਂ ਉਹਨਾਂ ਨੇ ਕਿਹਾ ਦੇਖੋ ਜੀ, ਹੁਣ 50 ਤੋਂ 60 ਲੱਖ ਤੱਕ ਸਾਡੀ ਪੇਮੈਂਟ ਹੋ ਗਈ ਹੁਣ ਦੇਣ ਵਾਲੀ, ਹੁਣ ਇਸ ਤੋਂ ਵੱਧ ਨਹੀਂ ਆਪਾਂ ਚੱਲ ਸਕਦੇ। ਸਾਡੀ ਪਲੀਜ਼ ਤੁਸੀਂ ਪੇਮੈਂਟ ਕਰਾਓ ਤੇ ਆਪਾਂ ਨਾਲ ਹੀ ਤੁਹਾਡਾ ਤੇਲ ਇਸ਼ੂ ਕਰਾ ਦਾਂਗੇ। ਜਿਹੜਾ ਤੁਹਾਡੇ ਇੱਥੇ ਵਰਕਸ਼ਾਪ ਦੇ ਵਿੱਚ ਪੰਪ ਹੈਗਾ, ਉਹਨੂੰ ਕਿਉਂ ਨਹੀਂ ਪੈਟਰੋਲ ਪੰਪ ਕਿਉਂ ਯੂਜ਼ ਕੀਤਾ ਜਾ ਰਿਹਾ? ਦੇਖੋ ਜੀ, ਇਹਦੇ ਬਾਰੇ ਤਾਂ ਹੁਣ ਆਪਣੇ ਵੱਡੇ ਅਫਸਰ ਸਾਹਿਬਾਨ ਹੀ ਦੱਸ ਸਕਦੇ ਨੇ। ਕਿੰਨੀ ਦੇਰ ਹੋ ਗਈ ਹੈ ਪੈਟਰੋਲ ਪੰਪ ਬੰਦ ਨੂੰ? ਹੋ ਗਏ ਜੀ 4 ਤੋਂ 5 ਮਹੀਨੇ ਹੋ ਗਏ। 5 ਮਹੀਨੇ ਇਹੀ ਆਪਣੇ ਵਰਕਸ਼ਾਪ ਦਾ ਪੈਟਰੋਲ ਪੰਪ ਚੱਲਦਾ ਹੋਵੇ ਤੇ ਸ਼ਾਇਦ ਗੱਡੀਆਂ ਦੇ ਇਸ ਟਾਈਮ ਗੱਡੀਆਂ ਨੂੰ ਨੌਬਤ ਨਾ ਆਵੇ। ਕਿਹੜੀਆਂ ਗੱਡੀਆਂ ਵਰਕਸ਼ਾਪ 'ਚ ਖੜੀਆਂ? ਨਹੀਂ, ਉਹ ਫਿਰ ਜੇ ਵਰਕਸ਼ਾਪ ਦੇ ਵਿੱਚ ਆਪਣਾ ਪੰਪ ਚੱਲਦਾ ਹੁੰਦਾ ਫਿਰ ਤਾਂ ਕੋਈ ਦਿੱਕਤ ਹੀ ਨਹੀਂ ਆਣੀ ਸੀ ਜੀ। ਇਸ ਬਾਰੇ ਤੁਸੀਂ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਨਹੀਂ ਕੀਤੀ? ਨਹੀਂ, ਇਸ ਬਾਰੇ ਕਮਿਸ਼ਨਰ ਸਾਹਿਬ ਨਾਲ ਕਰਾਂਗੇ ਆਪਾਂ ਬਾਤਚੀਤ ਕਿ ਹਾਂ ਵੀ ਇੰਨਾ ਜਲਦ ਤੋਂ ਪੇਮੈਂਟ ਕਰਾਈਏ ਤਾਂ ਕਿ ਸ਼ਹਿਰ ਦੇ ਕੂੜੇ ਲਿਫਟਿੰਗ ਕੰਮ ਹੈ ਵਧੀਆ ਚੱਲ ਸਕੇ। ਅੱਜ ਦਾ ਦਿਨ ਬੰਦ ਹੋ ਗਿਆ ਤੇ ਕਿੰਨਾ ਕੂੜਾ ਕਿਹੜਾ ਜਲੰਧਰ ਸ਼ਹਿਰ ਦੇ ਵਿੱਚ ਖੜਾ? ਦੇਖੋ ਜੀ, ਹੁਣ ਤਾਂ ਆਪਣੇ 25 ਟਿੱਪਰ ਚੱਲਦੇ ਆ, ਤੁਸੀਂ ਆਪ ਹੀ ਹਿਸਾਬ ਲਗਾ ਲਓ ਕਿੰਨਾ ਜ਼ਿਆਦਾ ਪ੍ਰਭਾਵਿਤ ਹੋ ਜਾਣਾ ਸ਼ਹਿਰ ਕੂੜੇ ਨਾ ਚੱਕਣ ਕਰਕੇ।
ਤੇ ਇਹ ਕਿੰਨੇ ਦਿਨ ਦੀ ਪੇਮੈਂਟ ਹੈ ਜਾਂ ਇੱਕ ਹਫ਼ਤੇ ਦੀ, ਇੱਕ ਮਹੀਨੇ ਦੀ? ਇਹਨੂੰ ਜੀ ਘੱਟੋ ਘੱਟ 12 ਕੁ ਦਿਨ ਹੋ ਗਏ। 12 ਦਿਨ ਦੀ ਪੇਮੈਂਟ 50 ਤੋਂ 60 ਲੱਖ ਰੁਪਇਆ ਪੈਟਰੋਲ ਪੰਪ ਦਾ। ਇਸ ਦੇ ਕਾਰਨ ਕਿਹੜੀਆਂ ਗੱਡੀਆਂ ਅੱਜ ਸੜਕਾਂ ਤੇ ਨਹੀਂ ਗਈਆਂ, ਉਹ ਅੱਜ ਵਰਕਸ਼ਾਪ ਦੇ ਵਿੱਚ ਖੜ ਗਈਆਂ। ਕੂੜਾ ਲਿਫਟਿੰਗ ਨਹੀਂ ਹੋਏਗਾ। ਇੱਕ ਪਾਸੋਂ ਜਲੰਧਰ ਨਗਰ ਨਿਗਮ ਤੇ ਭਾਵੇਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਲਗਾਤਾਰ ਦੌਰੇ ਕੀਤੇ ਜਾਂਦੇ ਨੇ, ਲੋਕਾਂ ਨੂੰ ਵਿਸ਼ਵਾਸਨ ਦਿੱਤਾ ਜਾ ਰਿਹਾ ਜਲੰਧਰ ਨੂੰ ਸਮਾਰਟ ਸਿਟੀ ਨੰਬਰ 1 ਤੇ ਲਿਆਣਾ। ਦੇਖਣਾ ਹੋਏਗਾ ਇਹ ਅਫਸਰ ਸਬਾਨ ਹੀ ਨਹੀਂ ਪੈਟਰੋਲ ਪੰਪ ਦੀਆਂ ਪੇਮੈਂਟਾਂ ਦੇਣਗੇ ਤੇ ਸਰਕਾਰੀ ਗੱਡੀਆਂ ਕਿੱਦਾਂ ਚੱਲਣਗੀਆਂ। ਦੇਖਣਾ ਹੋਏਗਾ ਇਸ ਦੇ ਉੱਤੇ ਨਗਰ ਨਿਗਮ ਧਿਆਨ ਦਿੰਦੀ ਹੈ ਜਾਂ ਨਹੀਂ। ਕੈਮਰਾਮੈਨ ਦੇਵਰਾਜ ਦੇ ਨਾਲ ਸੋਨੂ ਮਹਾਜਨ, ਪੰਜਾਬ ਕੇਸਰੀ ਟੀਵੀ, ਜਲੰਧਰ।